तू सदा रहो हर नाले, हर नाल रहो तू मन मेरे। दुख सब विसारना, ए मन मेरेया तू सदा रहो हर नाले, हर नाल रहो तू मन मेरे। दुख सब विसारना, अंगीकार ओह करे तेरा। कारज सब सवारना, सबना गल्लां समरथ सुआमी। सो क्यों मनो विसारे, कह नानक मन मेरे। सदा रहो हर नाले, सबना गल्लां समरथ सुआमी। सो क्यों मनो विसारे, कह नानक मन मेरे। सदा रहो हर नाले। वाहिगुरु जी का खालसा, वाहिगुरु जी की फतेह। जुग जुग अटल सतगुरु गुरगद्दी ते सुभाईमान गरीब नवाज दसां पातशाहियां दी जोत सतगुरु धन गुरु ग्रंथ साहिब जी महाराज जी दी पावन और पवित्र मुबारक अमृतमयी हजूरी विखे चरण शरण विखे रात्रि दे सजे हुए दीवाना दी हाजरी भर रही गुरु रूप साध संगत। सतगुरु जी दियां रहमतां बख्शिशां होईयां ने, गुरु चरनां च जुड़न दा सुभागा समय मिलिया है और पावन पवित्र बाणी दे शब्द कीर्तन प्यार सहित सत्कार सहित गुरु घर दे सत्कार सन्मान योग कीर्तनियां पासों रोजाना की तरह आप जी ने श्रवण किए ने। उपरंत समा होया है गुरबाणी विचार दा। तीजे पातशाह निमाणियां दे मान सतगुरु, निताणियां दे तान सतगुरु, निओटियां दी ओट, निगत्तियां दी गत, निपत्तियां दी पत, निथावियां दे थां, निधनियां दे धन, गही बहोड़, बंदी छोड़, भले अमरदास गुण तेरे, तेरी उपमा तोहे बन आवै। गुरु अमरदास साहब जियां दी पावन पवित्र अमृतमयी रसना तो उचारण किए हुए अमृतमयी बाणी आनंद साहब जियां दे पावन पवित्र बचना दी विचार की लड़ी आरंभी गई है। और कल दे पहले दिन दे दीवाना च आप जी ने मुढ़लियां विचारां इस बाणी दे बारे श्रवण कीतियां और पहली पौड़ी च जो सतगुरु सच्चे पातशाह जी ने आनंद बारे मुढ़ली विचार बख्शिश कीती, उहदे बारे विचार आप जी ने श्रवण कीते हन कि सतगुरु की प्राप्ति होई ते जीवन आनंद भरपूर बनिया। मूल रूप दे विच पहली पौड़ी च सतगुरु जी ने यही उपदेश दिता है कि आनंद गुरु राही है, गुरु तो बिना आनंद नहीं है। और आनंद एक उच्ची आत्मक अवस्था का नाम है
ਜਿੱਥੇ ਮਨੁੱਖ ਨੂੰ ਨਾ ਸੁੱਖ ਪ੍ਰਭਾਵਿਤ ਕਰਦਾ ਹੈ, ਨਾ ਦੁੱਖ ਪ੍ਰਭਾਵਿਤ ਕਰਦਾ, ਨਾ ਖੁਸ਼ੀ ਨਾ ਗਮੀ। ਸਹਿਜ ਅਵਸਥਾ, ਆਤਮਕ ਅਡੋਲਤਾ ਦੀ ਅਵਸਥਾ। ਹੁਣ ਆਨੰਦ ਦੀ ਦਾਤ ਜਦੋਂ ਮਨੁੱਖ ਨੂੰ ਮਿਲਦੀ ਹੈ ਤੇ ਸਤਿਗੁਰੂ ਕਹਿੰਦੇ ਅੰਦਰ ਇੱਕ ਖੇੜਾ ਬਣਦਾ ਹੈ। ਇੱਕ ਤੇ ਹੈ ਬਾਹਰ ਦੀ ਰੌਣਕ। ਵਿਆਹਾਂ ਸ਼ਾਦੀਆਂ 'ਚ ਅਸੀਂ ਆਪਣੇ ਘਰਾਂ 'ਚ ਅਕਸਰ ਵੇਖਦੇ ਹਾਂ ਕਿ ਕਿੰਨਾ ਰੌਣਕ ਵਾਲਾ, ਕਿੰਨਾ ਖੁਸ਼ੀ ਵਾਲਾ ਮਾਹੌਲ ਹੁੰਦਾ ਹੈ। ਸਾਰੇ ਪਾਸੇ ਰੌਣਕਾਂ, ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇੱਕ ਇਸੇ ਤਰ੍ਹਾਂ ਦੀ ਅੰਦਰ ਅਵਸਥਾ ਬਣਦੀ ਹੈ ਜਦੋਂ ਆਨੰਦ ਮਿਲਦਾ ਹੈ। ਇਹਨੂੰ ਸਤਿਗੁਰੂ ਕਹਿੰਦੇ ਮਨ ਵੱਜੀਆਂ ਵਧਾਈਆਂ। ਤੇ ਉਹ ਅਵਸਥਾ ਐਸੀ ਹੈ ਜਦੋਂ ਬਾਹਰੋਂ ਕਿਸੇ ਗੀਤ ਸੰਗੀਤ ਦੀ ਵੀ ਜ਼ਰੂਰਤ ਨਹੀਂ ਪੈਂਦੀ, ਅੰਦਰ ਹੀ ਤਰਾਨੇ ਉੱਠਦੇ ਹਨ। ਮਾਨੋ ਰਾਗ ਰਾਗਣੀਆਂ ਆਪਣੇ ਪਰਿਵਾਰਾਂ ਸਮੇਤ ਹੁਣ ਅੰਦਰ ਹੀ ਬਹਿ ਗਈਆਂ ਹਨ ਤੇ ਹੁਣ ਅੰਦਰ ਹੀ ਉਹ ਰਾਗ, ਉਹ ਸੰਗੀਤ ਚੱਲ ਰਿਹਾ ਹੈ। ਇੱਕ ਰਸਮਈ, ਇੱਕ ਸੰਗੀਤਮਈ ਜੀਵਨ ਬਣਦਾ ਹੈ। ਤੇ ਮਹਾਰਾਜ ਕਹਿੰਦੇ ਹੈ ਭਾਈ ਤੁਸੀਂ ਵੀ ਆਓ, ਸਾਰੇ ਰਲੋ। ਜਿਹੜੀ ਅਵਸਥਾ ਸਾਨੂੰ ਮਿਲੀ ਹੈ ਗੁਰੂ ਦੇ ਮਿਲਾਪ ਸਦਕਾ, ਅਸੀਂ ਚਾਹੁੰਦੇ ਹਾਂ ਉਹ ਅੱਗੇ ਤੁਹਾਨੂੰ ਵੀ ਅਵਸਥਾ ਮਿਲੇ। ਜਿਸ ਆਨੰਦ 'ਚ ਅਸੀਂ ਪਹੁੰਚੇ ਹਾਂ ਤੁਸੀਂ ਵੀ ਉਸ ਆਨੰਦ 'ਚ ਪਹੁੰਚੋ। ਤੇ ਜੇ ਉਸ ਆਨੰਦ ਤੱਕ ਪਹੁੰਚਣਾ ਹੈ ਫਿਰ ਸ਼ਬਦੋ ਤਾਂ ਗਾਵੋ ਹਰੀ ਕੇਰਾ। ਮਾਲਕ ਦੇ ਸ਼ਬਦ ਦਾ ਗਾਇਨ ਕਰੋ, ਮਾਲਕ ਦੇ ਸ਼ਬਦ, ਗੁਰ ਸ਼ਬਦ ਦੇ ਨਾਲ ਜੁੜੋ। ਫਿਰ ਉਹ ਅਵਸਥਾ ਬਣੇਗੀ ਜਿਹੜੀ ਅਵਸਥਾ ਸਾਡੀ ਬਣੀ ਹੈ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਦੂਜੀ ਪੌੜੀ 'ਚ ਫਿਰ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਦੇ ਨੇ ਕਿ ਹੇ ਮਨਾ, ਜਿਹੜਾ ਆਨੰਦ ਗੁਰੂ ਕੇ ਮਿਲਾਪ ਸਦਕਾ ਮਿਲਿਆ ਹੈ, ਜੇ ਤੂੰ ਉਸ ਆਨੰਦ ਦਾ ਰਸ ਨਿਰੰਤਰ ਮਾਣਦੇ ਰਹਿਣਾ ਚਾਹੁੰਦਾ ਹੈ ਤੇ ਫਿਰ ਤੈਨੂੰ ਆਪਣੇ ਮੂਲ ਦੇ ਨਾਲ, ਧੁਰੇ ਦੇ ਨਾਲ ਲਗਾਤਾਰ ਜੁੜੇ ਰਹਿਣਾ ਪਵੇਗਾ। ਫਿਰ ਉਹ ਆਨੰਦ ਅਵਸਥਾ ਲਗਾਤਾਰ ਮੇਨਟੇਨ ਰਹਿ ਸਕਦੀ ਹੈ, ਆਨੰਦ ਵਾਲੀ ਅਵਸਥਾ ਬਣੀ ਰਹਿ ਸਕਦੀ ਹੈ। ਜੇ ਸੰਪਰਕ ਟੁੱਟ ਗਿਆ ਆਨੰਦ ਖੇੜਾ ਵੀ ਮੁੱਕ ਸਕਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਦਾ ਇੱਕ ਬਚਨ ਆਪਾਂ ਅਕਸਰ ਵਿਚਾਰਦੇ ਹਾਂ ਕਿ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੇ ਸੜੇ ਹੋਏ ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ। ਉਹ ਸੋਹਣਾ ਪਾਣੀ ਦਾ ਤਲਾਬ ਸੀ, ਹਰਿਆਵਲ ਹੈ, ਪੰਛੀ ਕਿੰਨੇ ਉੱਥੇ ਉਡਾਰੀਆਂ ਮਾਰਦੇ ਪਏ ਨੇ, ਕੇਲ ਕਰਦੇ ਪਏ ਨੇ। ਪਰ ਬਾਅਦ 'ਚ ਉਹ ਨਾ ਕੋਈ ਪੰਛੀ, ਨਾ ਕੋਈ ਰੌਣਕ, ਨਾ ਪਾਣੀ ਦੀ ਤਾਜ਼ਗੀ, ਗੰਦਗੀ ਹੀ ਗੰਦਗੀ। ਤੇ ਮਹਾਰਾਜ ਨੇ ਪੁੱਛਿਆ ਇਹ ਕਾਰਨ ਕੀ ਬਣਿਆ? ਉਹ ਕਹਿਣ ਲੱਗਾ ਜਾਣਾ ਪਾਣੀ ਨਾ ਲਹਾ, ਜੈ ਸੇਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੜੈ ਚੜੈ ਚਵਗਣ ਵਨ। ਜੀ ਮੈਂ ਆਪਣੇ ਉਸ ਮੂਲ ਧੁਰੇ ਤੋਂ ਟੁੱਟ ਗਿਆ ਹਾਂ, ਜਿੱਥੋਂ ਪਾਣੀ ਪਹਿਲਾਂ ਲਗਾਤਾਰ ਮਿਲਦਾ ਸੀ ਤੇ ਪਾਣੀ ਅੰਦਰ ਤਾਜ਼ਗੀ ਸੀ ਤੇ ਹਰਿਆਵਲ ਸੀ, ਰੌਣਕ ਸੀ, ਪੰਛੀ ਵੀ ਆਉਂਦੇ ਸਨ। ਪਰ ਹੁਣ ਮੈਂ ਆਪਣੇ ਮੂਲ ਤੋਂ ਟੁੱਟ ਗਿਆ ਹਾਂ ਤੇ ਮੂਲ ਤੋਂ ਟੁੱਟਣ ਕਰਕੇ ਫਿਰ ਮੇਰੀ ਇਹ ਹਾਲਤ ਬਣ ਗਈ ਆ, ਤਾਜ਼ਾ ਪਾਣੀ ਮਿਲ ਨਹੀਂ ਰਿਹਾ ਹੈ, ਪਹਿਲਾ ਪਾਣੀ ਠਹਿਰ ਚੁੱਕਿਆ ਹੈ ਤੇ ਪਾਣੀ ਦੇ ਠਹਿਰਨ ਕਰਕੇ ਗੰਦਗੀ, ਮੱਖੀਆਂ, ਮੱਛਰ, ਇਹ ਸਾਰਾ ਕੁਝ ਇੱਥੇ ਬਣ ਗਿਆ ਹੈ। ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਹੜੇ ਆਪਣੇ ਮੂਲ ਦੇ ਨਾਲ ਜੁੜੇ ਰਹਿੰਦੇ ਹਨ ਉਹਨਾਂ ਦੇ ਜੀਵਨ ਅੰਦਰ ਰੌਣਕ ਬਣੀ ਰਹਿੰਦੀ ਹੈ। ਤੇ ਜਿਹੜੇ ਮਾਲਕ ਤੋਂ, ਮੂਲ ਤੋਂ ਟੁੱਟ ਜਾਂਦੇ ਹਨ ਫਿਰ ਉਹਨਾਂ ਦਾ ਜੀਵਨ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ। ਉੱਥੇ ਫਿਰ ਦੁੱਖ ਵੀ ਆਉਂਦੇ, ਰੋਗ ਵੀ ਆਉਂਦੇ, ਸੋਗ ਵੀ ਆਉਂਦੇ, ਵਿਕਾਰ ਵੀ ਆਉਂਦੇ ਨੇ। ਕਾਰਨ ਕੀ ਹੈ? ਮੂਲ ਤੋਂ, ਧੁਰੇ ਤੋਂ ਟੁੱਟ ਜਾਣਾ। ਇਸੇ ਕਰਕੇ ਤੇ ਬਾਣੀ ਨੇ ਇਹ ਵਾਰ-ਵਾਰ ਸਾਨੂੰ ਪ੍ਰੇਰਣਾ ਦਿੱਤੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਹ ਮਨਾ ਆਪਣੇ ਮੂਲ ਦੇ ਨਾਲ,
ਆਪਣੇ ਧੁਰੇ ਦੇ ਨਾਲ, ਆਪਣੇ ਕੇਂਦਰ ਦੇ ਨਾਲ ਜੁੜ। ਤੇ ਗੁਰੂ ਅਮਰਦਾਸ ਸਾਹਿਬ ਮਨ ਨੂੰ ਸੰਬੋਧਨ ਕਰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਮੇਰੇ ਮਨਾ, ਕਿਉਂਕਿ ਆਨੰਦ ਦਾ ਸੰਬੰਧ ਮਨ ਦੇ ਨਾਲ ਹੈ। ਬਹੁਤ ਸਾਰੇ ਬਾਹਰ ਦੇ ਸੁੱਖ ਪਦਾਰਥ ਹੁੰਦੇ ਨੇ ਜਿਨ੍ਹਾਂ ਦਾ ਸੰਬੰਧ ਕੇਵਲ ਤਨ ਦੇ ਨਾਲ ਹੁੰਦਾ ਹੈ। ਬੰਦਾ ਪਿਆਸ ਕਰਕੇ ਤੜਫ ਰਿਹਾ ਹੈ, ਪਾਣੀ ਮਿਲ ਗਿਆ, ਅੰਦਰ ਨੂੰ ਚੈਨ ਪ੍ਰਾਪਤ ਹੋਇਆ, ਉਹ ਸੰਬੰਧ ਤਨ ਦੇ ਨਾਲ ਸੀ। ਤਨ ਦੀ ਪਿਆਸ ਸੀ, ਤੜਫ ਰਿਹਾ ਸੀ, ਤਨ ਨੂੰ ਪਾਣੀ ਮਿਲ ਗਿਆ, ਤ੍ਰਿਪਤੀ ਮਿਲ ਗਈ। ਭੁੱਖ ਕਰਕੇ ਬੰਦਾ ਤੜਫ ਰਿਹਾ ਹੈ, ਭੁੱਖ ਦਾ ਦੁੱਖ ਹੈ, ਉਸ ਦੁੱਖ ਦਾ ਸੰਬੰਧ ਤਨ ਦੇ ਨਾਲ ਹੈ। ਤਨ ਦੇ ਨਾਲ, ਤਨ ਨੂੰ ਭੋਜਨ ਪ੍ਰਾਪਤ ਹੋ ਗਿਆ ਤੇ ਹੁਣ ਤਨ ਤ੍ਰਿਪਤ ਹੋ ਗਿਆ ਤੇ ਉਹ ਤਨ ਦਾ ਦੁੱਖ ਖਤਮ ਹੋ ਗਿਆ। ਪਰ ਆਨੰਦ ਦਾ ਸੰਬੰਧ ਮਨ ਦੇ ਨਾਲ ਹੈ। ਮਨ ਦੇ ਨਾਲ ਕਈ ਵਾਰ ਬਹੁਤ ਕੁਝ ਬੰਦਾ ਬਾਹਰੋਂ ਪ੍ਰਾਪਤ ਕਰ ਲੈਂਦਾ ਹੈ, ਪਰ ਮਨ ਆਨੰਦ ਦੇ ਵਿੱਚ ਨਹੀਂ ਹੈ, ਮਨ ਸੰਤੁਸ਼ਟੀ 'ਚ ਨਹੀਂ ਹੈ, ਮਨ ਨੂੰ ਚੈਨ ਨਹੀਂ ਹੈ। ਮਹਾਰਾਜ ਇਸੇ ਕਰਕੇ ਬਾਣੀ 'ਚ ਸਭ ਵਾਰ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਧਰਮ ਉਪਦੇਸ਼ ਦਿੰਦੇ ਹਨ। ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਗਿਆਨ ਦਾ ਉਪਦੇਸ਼ ਦਿੰਦੇ ਹਨ, ਕਿਉਂਕਿ ਮੂਲ ਰੂਪ ਦੇ ਵਿੱਚ ਗੱਲ ਮਨ ਦੀ ਹੈ। ਜੇ ਮਨ ਆਨੰਦ ਅਵਸਥਾ ਤੇ ਪਹੁੰਚ ਗਿਆ ਨਾ, ਤੇ ਫਿਰ ਤਾਂ ਭਾਵੇਂ ਤਨ ਦੀ ਪਿਆਸ ਵੀ ਹੋਵੇ, ਤਨ ਦੀ ਭੁੱਖ ਵੀ ਹੋਵੇ, ਬੰਦਾ ਉਹਦੀ ਵੀ ਪਰਵਾਹ ਕੋਈ ਨਹੀਂ ਕਰਦਾ ਹੈ। ਬਾਣੀ 'ਚ ਆਪਾਂ ਬਚਨ ਪੜ੍ਹਦੇ ਹਾਂ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਭੁੱਖ ਹੈ ਪਰ ਪਰਵਾਹ ਕੋਈ ਨਹੀਂ ਹੈ, ਦੁੱਖ ਹੈ ਪਰ ਪਰਵਾਹ ਕੋਈ ਨਹੀਂ ਹੈ, ਕਿਉਂਕਿ ਹੁਣ ਮਨ ਉਸ ਅਵਸਥਾ ਤੇ ਪਹੁੰਚ ਚੁੱਕਿਆ ਹੈ ਜਿੱਥੇ ਤਨ ਦੀ ਭੁੱਖ ਬਰਦਾਸ਼ਤ ਕਰਨ ਦੀ ਸਮਰੱਥਾ ਅੰਦਰ ਬਣ ਚੁੱਕੀ ਹੈ, ਜਿੱਥੇ ਤਨ ਦੇ ਦੁੱਖ ਬਰਦਾਸ਼ਤ ਕਰਨ ਦੀ ਅੰਦਰ ਸਮਰੱਥਾ ਬਣ ਚੁੱਕੀ ਹੈ। ਧੰਨ ਗੁਰੂ ਕਲਗੀਧਰ ਮਹਾਰਾਜ 8 ਮਹੀਨੇ ਉਹਨਾਂ ਨੇ ਆਨੰਦਪੁਰ ਨੂੰ ਘੇਰਾ ਪਾਈ ਰੱਖਿਆ। ਬੇਸ਼ੱਕ ਹਰ ਤਰੀਕਾ ਅਪਣਾਇਆ ਗਿਆ, ਭੁੱਖ ਦਾ ਦੁੱਖ ਗੁਰੂ ਕੇ ਸਿੱਖਾਂ ਤੇ ਗੁਰੂ ਕੇ ਪਰਿਵਾਰ ਤੇ ਇੰਨਾ ਹਾਵੀ ਹੋ ਜਾਏ ਕਿ ਭੁੱਖ ਦੇ ਦੁੱਖ ਕਰਕੇ ਤੜਫ ਉੱਠਣ, ਪਰ ਕੋਈ ਤੜਫਿਆ ਨਹੀਂ ਹੈ। ਉਹ ਸਬਰ ਸੰਤੋਖ ਬਣਿਆ ਰਿਹਾ। ਬਲਕਿ ਇੱਕ ਫਰਖਸ਼ੀਰ ਬਾਦਸ਼ਾਹ ਦੇ ਸਮੇਂ ਦੀ ਇਤਿਹਾਸ ਦੀ ਬੜੀ ਪਿਆਰੀ ਘਟਨਾ ਹੈ। ਜਿਨ੍ਹਾਂ ਦੀ ਅਵਸਥਾ ਉੱਚੀ ਬਣਦੀ ਹੈ ਨਾ, ਜਿਨ੍ਹਾਂ ਨੇ ਗੁਰਸਿੱਖੀ ਨੂੰ, ਗੁਰਬਾਣੀ ਨੂੰ ਆਪਣੇ ਤਨ ਤੇ ਆਪਣੇ ਮਨ ਤੇ ਹੰਢਾ ਲਿਆ ਹੈ, ਕਮਾ ਲਿਆ ਹੈ, ਉਹਨਾਂ ਦੇ ਜੀਵਨ ਦੀ ਖੇਡ ਕੈਸੀ ਕਮਾਲ ਦੀ ਬਣਦੀ ਹੈ। ਭੁੱਖ ਵੀ ਹੈ, ਪਰ ਭੁੱਖ ਦੀ ਵੀ ਉਹ ਪਰਵਾਹ ਨਹੀਂ ਕਰਦੇ ਹਨ, ਕਿਉਂਕਿ ਮਨ ਕਿਸੇ ਹੋਰ ਅਵਸਥਾ ਤੇ ਪਹੁੰਚ ਗਿਆ। ਫਰਖਸ਼ੀਰ ਬਾਦਸ਼ਾਹ ਨੇ ਬਹੁਤ ਤਰ੍ਹਾਂ ਦਾ ਯਤਨ ਕੀਤਾ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਇੱਕ ਸਿੱਖ ਹੀ ਝੁਕ ਜਾਵੇ, ਇੱਕ ਸਿੱਖ ਹੀ ਗੁਰੂ ਤੋਂ, ਸਿੱਖੀ ਤੋਂ ਇਨਕਾਰੀ ਹੋ ਜਾਵੇ। ਮੈਂ ਕਵਾਂ ਵੇਖੋ ਗੁਰੂ ਦਾ ਸਿੱਖ ਬਦਲ ਗਿਆ ਹੈ। ਇੱਥੋਂ ਤੱਕ ਇੱਕ ਮਾਤਾ ਵੀ ਆਈ ਸੀ ਕਿ ਮੇਰਾ ਪੁੱਤ ਸਿੱਖ ਨਹੀਂ ਹੈ, ਇਹਨੂੰ ਬਖਸ਼ ਦਵੋ। ਮਾਂ ਦੁਹਾਈ ਦਿੰਦੀ ਰਹੀ ਕਿ ਮੇਰਾ ਪੁੱਤ ਸਿੱਖ ਨਹੀਂ ਹੈ, ਪਰ ਬੱਚਾ ਕਹਿਣ ਲੱਗਾ ਨਹੀਂ, ਮੈਂ ਸਿੱਖ ਹਾਂ, ਮੇਰੇ ਬਾਕੀ ਭਰਾਵਾਂ ਦੀ ਤਰ੍ਹਾਂ ਮੈਨੂੰ ਵੀ ਸ਼ਹੀਦ ਕਰ ਦਵੋ, ਮੈਂ ਗੁਰੂ ਦਾ ਸਿੱਖ ਹਾਂ। ਉੱਥੇ ਫਰਖਸ਼ੀਰ ਨੇ ਆਪਣੇ ਬਾਕੀ ਲੋਕਾਂ ਦੇ ਨਾਲ ਵਿਚਾਰਿਆ, ਤੇ ਜਿਹੜੇ ਉਹਦੇ ਤਰ੍ਹਾਂ ਤਰ੍ਹਾਂ ਦੇ ਸਲਾਹਕਾਰ ਸਨ ਕਹਿਣ ਲੱਗੇ ਜੀ ਭੁੱਖ ਦਾ ਦੁੱਖ ਬੜਾ ਭਿਆਨਕ ਹੁੰਦਾ ਹੈ, ਭੁੱਖ ਦਾ ਦੁੱਖ ਬੜਾ ਭਿਆਨਕ ਹੁੰਦਾ ਹੈ। ਉਹ ਮਹਾਰਾਣਾ ਪ੍ਰਤਾਪ ਦੇ ਜੀਵਨ ਦੀ ਕੁਝ ਇਤਿਹਾਸਕਾਰਾਂ ਨੇ ਇੱਕ ਘਟਨਾ ਲਿਖੀ ਹੈ ਕਿ ਜਦੋਂ ਸਾਰਾ ਕੁਝ ਹੱਥੋਂ ਚਲਾ ਗਿਆ ਨਾ, ਆਪਣੇ ਘਰ ਵਾਲੀ ਤੇ ਬੱਚੇ ਸਮੇਤ ਜੰਗਲ 'ਚ ਚਲਾ ਗਿਆ, ਤੇ ਬੱਚਾ ਭੁੱਖ ਕਰਕੇ ਤੜਫ ਰਿਹਾ ਸੀ। ਇਧਰੋਂ ਉਧਰੋਂ ਕਿਧਰੇ ਇੱਕ ਪ੍ਰਸ਼ਾਦਾ, ਅੱਧਾ ਪ੍ਰਸ਼ਾਦਾ ਮਿਲਿਆ, ਤੇ ਤੜਫ ਰਹੇ ਬੱਚੇ ਨੂੰ ਦੇ ਦਿੱਤਾ ਕਿ ਕੋਈ ਨਾ ਸਾਡਾ ਬੱਚਾ ਰੱਜ ਜਾਏ। ਬੱਚੇ ਨੇ ਉਹ ਭੋਜਨ ਪ੍ਰਸ਼ਾਦਾ ਹੱਥ ਦੇ ਵਿੱਚ ਪਕੜਿਆ ਸੀ ਖਾਣ ਦੇ ਲਈ,
एक जंगली भेड़िए ने वार किया ते बच्चे दे हाथ चों वो प्रशादा खो के रोटी खो के लै गया। बच्चे दियां चीखां निकल गईयां, एक ते भुख करके, एक उस भेड़िए दे खौफ करके। ते ओ बच्चे दी तड़फ नूं वेख के ते हकूमत दे अगे झुक गया। अपनी औलाद दी भुख बर्दाश्त नहीं हो सकी। सलाहकारां ने फर्खशीर नूं सलाहां दित्तियां, जी भुख दा दुख बड़ा भयानक हुंदा है, तुसीं इदां करो कि इन्हां नूं भुखे रखो सिखां नूं, फिर वेखिओ ये किदां झुकदे हन। उन्हां ने चाल किहड़ी चली कि 3 सिखां नूं भुखिया रखिया गया। एक सी बच्चा, एक सी जवान ते एक सी बजुर्ग। किन्ने दिन पहलां भुखा रखिया गया, हुण भुख बहुत अंदरों अंदर ही दुखी कर रही है। उदों बाद एक प्रशादा उस जेल दे विच सुटिया गया जिथे वो तिन्ने सन। ते सोच इन्हां दी पिछे ये सी कि जेड़े है इनमें इतफाक महान, सिंह सिंह पर वारत जान। लोग कहंदे ने सिखां च इतफाक बड़ा है, ते सिख सिख दी खातर कुर्बानी दे देंदा है, भरा भरा दी खातर सिख कुर्बानी देंदे हन। है इनमें इतफाक महान, सिंह सिंह पर वारत जान। अज वेंदे आ जान वारदे ने कि जान लैंदे ने। किसी के तिन्नां नूं भुख लगी है, प्रशादा एक है, ते तिन्ने कोशिश करनगे कि वो भोजन दा प्रशादा मैं छकां, ते वो भोजन हासिल करन दे लई एक दूजे नूं मरण मारन ते आपे उतर आउणगे सिख। इन्हां ने इस भावना दे नाल भुखे रख के ते एक प्रशादा उस जेल च सुटिया, पर उत्थे गल बिल्कुल उल्ट हो गई। बजुर्ग ने प्रशादा पकड़िया ते जवान दे हथ ते रख दिता। कहन लगा कि मैं तां हुण बजुर्ग हाँ, अज नहीं ते जिंदगी कल मुकनी मुकनी है। तेरे वर्गे नौजवानां दी कौम नूं जरूरत है जेड़े इस जुल्मी राज दे विरुद्ध अगे हो के मैदाने जंग च लड़ सकते हैं। मैं मर जावां कोई फर्क नहीं पैंदा है, पर तेरे वर्गे जवान जिउंदे रहने चाहिए हैं। इस करके तू प्रशादा छक लै। सिख ने नौजवान ने की किया, वो प्रशादा लिया, छोटे बच्चे दे हाथ ते रख दिता कि नहीं, बच्चे कौम दा भविख हुंदे हन, कौम दी पनीरी हन, ते पनीरी नूं बचा के रखना सब तो ज़्यादा जरूरी हुंदा है। वो कहिंदे किसी जिमीदार दी फसल तबाह हो गई, पुत्रां दी तरह पाली हुई फसल, उन्हें रब दा भाणा मन्निया, चलो कोई ना, जो होया सो होया। पर बाद च पता लगा जी ओदी पनीरी भी खत्म हो गई है, जिहड़ी होर फसल बीजण वाली पनीरी सी वो भी तबाह हो गई। वो ताहां मार के रोण लग पिया। ते किसी सियाणे सज्जण ने पूछया कि पड़ी फसल तेरी बर्बाद हो गई, तू परवाह ना कीती, ते वो पनीरी च की सी जिन्हों वेख के रोना शुरू कर दिता। वो कहन लगा भरी फसल तबाह हुई, मेरे मन च ये भरोसा सी कि पनीरी मौजूद है, तां कि जे वो तबाह हो गई फिर फसल वड्डी होएगी, फल जाएगी, पर हुण मेरी पनीरी तबाह हो गई है, मेरे पिछे रिहा की है जे पनीरी खत्म हो गई। वो जवान छोटे बच्चे नूं कहन लगा तू कौम दी पनीरी है, पनीरी दा बचे रहना बड़ा जरूरी है, इस करके ये भोजन प्रशादा तू छक लै ताकि साडी कौम दी पनीरी बची रवे। बच्चे दे हथ ते प्रशादा रख दिता ते बच्चा वो बजुर्ग दे कोल गया। कहन लगा जी तुसी बजुर्ग हो, तुहाडा जिंदगी भर दा तजर्बा है, जिद्दां दे बेखम हालातां चों पंथ गुजरदा पिया है, पत्ता पत्ता ਸਿੰਘਾਂ ਦਾ वैरी ਬਣਿਆ पिया है, इन्हां हालातां दे नाल जूझण दे लई नौजवानी दी ताकत नहीं, पनीरी दी गल नहीं, बजुर्गी दे तजर्बे ते सियाणप दी जरूरत है। इस करके ये प्रशादा तुसी छको ताकि तुहाडे वर्गे सियाणे बजुर्ग मेरी कौम दे विच जिउंदे रहन, जिहड़े कौम नूं परत के पैरां ते खड़ा कर सकदे हन। वेखो इतफाक, बजुर्ग ने बच्चे नौजवान हथ प्रशादा रख दिता, नौजवान ने बच्चे दे हथ, बच्चे ने बजुर्ग दे हथ, ते बजुर्ग ने चुक के जेलों बाहर सुट दिता, लै जाओ सानू नहीं चाहिए है। फर्खशीर भी दंग रह गया।
कि जिस भुख दे नाल इन्हां नूं सता के मैं झुकाउणा चाहुंदा सी, मैं लड़ाउणा चाहुंदा सी, गुरु ने इन्हां दे अंदर वरता की दिता है। इन्हां नूं भुख दी भी परवाह नहीं है, इन्हां नूं भुख भी दुख नहीं लग रहा है। हुण ओह कारण की है? वो कारण सानू गुरु की बाणी चो समझ लगती है। महाराज कहते वो अंदर दी अवस्था उस शिखर ते जदों पहुँच जाती है ना, जिथे आरा भी प्यारा ही लगता है, जिथे उबलती देग भी प्यारी लगती है, जिथे बंद बंद भी कट्टे जाते ने परवाह कोई नहीं हुंदी है, उथे भुख भी फिर दुख दुख नहीं रहिंदा है। भुख इसे नूं महाराज कहते जे भुख दे ता तुझे आराधी, हे मालिक जे सुख दे ता तुझे आराधी, दुख पी तुझे ध्याई, जे भुख दे ता इत ही राजा दुख विच सूखम। मन दा बलवान हो जाना, मन दा ऐन शिखर आनंद अवस्था ते पहुँच जाना। धन गुरु अमरदास साहब मन नूं संबोधन करदियां कहंदे, हे मना जे उस शिखर ते हमेशा रहना चाहुंदा है, फिर मूल धुरे दे नाल जुड़िया रह, आनंद बनिया रहेगा। ये मन मेरिया तू सदा रहो हर नाले, हर नाल रहो तू मन मेरे दुख सब विसारना। कहंदे हे मना हरि दे मालक दे नाल जुड़िया रह, ਉਹਦੇ ਨਾਲ जुड़िया की होएगा, सारे दे सारे दुख जीवन चो जिंदगी तो मुक जाणगे। क्योंकि दुखां दी उत्पत्ति दा कारण की है, दुख पैदा क्यों होंदे हन, जीवन च दुख आउंदे क्यों हन, ਉਹਦਾ निर्णय सतगुरु ने बाणी च बड़ा स्पष्ट दिता है। परमेश्वर ते भुलिया व्यापन सभे रोग, दुख तदे ਜਾਂ विसर जाए। महाराज कहते मालक तो टुटन करके जीवन दुखी हुंदा है। जिहड़ा मालक तो टुट गया वो दुखी है, जिहड़ा मालक दे नाल जुड़िया है सुखी। हर के नाम बिना दुख पावै। धन गुरु तेग बहादुर साहब कहते आ सज्जणा मैं एक बड़े भेद दी तेनू गल दसां। वो भेद दी गल की है? हर के नाम बिना दुख पावै, भगत बिना सहसा नहीं चूकै, गुर यह भेद बतावै। जिन्नी देर परमात्मा की भगती दे रस्ते ते तू नहीं तुरेगा ना, तेरे मन दियां चिंतावां, तेरे मन दे फिक्र, तेरे मन दे सहसे सोग मुक नहीं सकते। ते जे तू परमेश्वर की भगती तो टुटिया होया है ते फिर दुखी होएगा। एक मुख वाक आपां अक्सर सतगुरु जी का पढ़ते हाँ सुनते हाँ, हर बिसरत सदा खुआरी, ताको धोखा कहाँ व्यापै, जाको ओट तुहारी। बिन सिमरन जो जीवन बलना, सर्प जैसे अरजारी। हुण सप है, ਉਹਦੇ अंदर विष है, ਉਹ विष की जलन इन्नी ज़्यादा ਉਹਨੂੰ दुखी करती है कि उस जलन करके वो तड़फ उठता है। इसे करके विचारवाना ने सब तो दुखदाई जून सप की जून मनी है। बाणी च भी जिथे दुखी जून की गल की गई है, उत्थे सप की गल बहुत वार बाणी दे विच उदाहरण दी गई है। सुखमनी साहब अंदर भी महाराज कहते जिहड़ा रब्बी प्यारियां की निंदिया करता है वह सर्प जून दे विच भटकदा है। बिन सिमरन जो जीवन बलना, सर्प जैसे अरजारी, नव खंडन को राज कमावै, अंत चलै गुहारी। भावें वो बाहरी तौर ते 9 खंडां दा राज भी कर लवे, ते जे परमेश्वर दी इबादत जिंदगी दे विच नहीं है ते 9 खंडां दा राजा भी अखीर जिंदगी दी बाजी हार के जांदा, खट के कुछ नहीं जांदा है, कुछ नहीं खट के। साला ही साला एती सुरत न पाईया, नदियां अतै वाह पवै समुंद ना जानिए, समुंद शाह सुल्तान। महाराज कहते कोई बड़ा वड्डा बादशाह होए, किड्डा वड्डा, किन्ना वड्डा ओदा राज होवे, जिन्नी जगह ते समुंदर फैलिया होया है, जिन्नी जगह ते समुंदर है, ते किन्नी धरती ते रहन वाली जगह ते थोड़ी है, बहुता हिस्सा ते पानी है, समुंदर है। महाराज कहते समुंद शाह सुल्तान, गिरहा सेती माल धन, ते उच्चे उच्चे पहाड़ां जिड्डे ओदे कोल सोने चांदी दे पदार्थां दे धन दौलत दे खजानियां दे ढेर होण।
ਸਮੁੰਦਰ ਜਿੰਨਾ ਵਿਸ਼ਾਲ ਰਾਜ ਹੋਵੇ, ਪਹਾੜਾਂ ਜਿੰਨੇ ਉੱਚੇ ਉੱਚੇ ਖਜ਼ਾਨਿਆਂ ਦੇ ਢੇਰ ਹੋਣ, ਇੰਨਾ ਕੁਝ ਕਿਸੇ ਕੋਲ ਹੋਏ ਪਰ ਰੱਬ ਦੀ ਇਬਾਦਤ ਬੰਦਗੀ ਪੱਲੇ ਨਾ ਹੋਵੇ। ਫਿਰ ਮਹਾਰਾਜ ਕਹਿੰਦੇ ਜੇ ਬੰਦਗੀ ਪੱਲੇ ਨਹੀਂ ਹੈ ਤੇ ਸਮਝੋ ਕੁਝ ਵੀ ਪੱਲੇ ਨਹੀਂ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੋਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ। ਕਹਿੰਦੇ ਉਹ ਬੰਦਾ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੈ ਜਿਹੜੀ ਕੀੜੀ ਨੂੰ ਰੱਬ ਚੇਤੇ ਹੈ, ਪਰਮਾਤਮਾ ਚੇਤੇ ਹੈ। ਬੇਸ਼ੱਕ ਸਮੁੰਦਰ ਜਿੰਨਾ ਰਾਜ ਹੈ, ਬੇਸ਼ੱਕ ਪਹਾੜਾਂ ਜਿੰਨੇ ਖਜ਼ਾਨਿਆਂ ਦੇ ਢੇਰ ਹਨ, ਪਰ ਔਕਾਤ ਪਾਇਆ ਕੁਝ ਵੀ ਨਹੀਂ ਜੇ ਪਰਮਾਤਮਾ ਅਕਾਲ ਪੁਰਖ ਚੇਤੇ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਰੱਬ ਤੋਂ ਟੁੱਟਿਆ ਹੈ ਜੀਵ ਤੇ ਸਮਝੋ ਦੁਖੀ ਹੈ, ਤੇ ਜਿਹੜਾ ਪਰਮਾਤਮਾ ਦੀ ਇਬਾਦਤ ਬੰਦਗੀ 'ਚ ਜੁੜਿਆ ਹੈ ਉਹ ਸੁੱਖ ਭੋਗਦਾ ਹੈ। ਮਾਲਕ ਤੋਂ ਟੁੱਟ ਕੇ ਜੀਵਨ 'ਚ ਦੁੱਖ ਹੈ, ਮਾਲਕ ਦੇ ਨਾਲ ਜੁੜ ਕੇ ਜੀਵਨ 'ਚ ਸੁੱਖ ਹੈ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਹਿੰਦੇ ਹੇ ਮੇਰੇ ਮਨਾ, ਪਰਮੇਸ਼ਰ ਦੇ ਨਾਲ ਜੁੜਿਆ ਰਹਿ, ਜੁੜਿਆ ਰਵੇਂਗਾ ਤੇਰੇ ਜੀਵਨ 'ਚੋਂ ਸਾਰੇ ਦੁੱਖ ਮੁੱਕਦੇ ਜਾਣਗੇ। ਉੱਥੇ ਕੋਈ ਦੁੱਖ ਆ ਹੀ ਨਹੀਂ ਸਕਦਾ ਹੈ ਜਿੱਥੇ ਆਪ ਪਰਮੇਸ਼ਰ ਬੈਠਾ ਹੋਵੇ। ਜਿਹੜੇ ਹਿਰਦੇ 'ਚ ਪ੍ਰਤੱਖ ਪਰਮੇਸ਼ਰ ਦਾ ਵਾਸਾ ਹੈ, ਉੱਥੇ ਫਿਰ ਕਿਸੇ ਦੁੱਖ ਦੀ ਕਿਸੇ ਜੰਮ ਦੀ ਹਿੰਮਤ ਕਿੱਦਾਂ ਪੈ ਸਕਦੀ ਉਹ ਪਹੁੰਚ ਜਾਏ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਹੇ ਮਨਾ, ਜਦੋਂ ਤੂੰ ਪਰਮੇਸ਼ਰ ਦੇ ਨਾਲ ਜੁੜੇਗਾ, ਪਹਿਲੇ ਨੰਬਰ ਤੇ ਮਨ ਪਰਮੇਸ਼ਰ ਦੇ ਨਾਲ ਜੁੜਦਾ ਹੈ। ਮਹਾਰਾਜ ਕਹਿੰਦੇ ਦੁੱਖ ਜੀਵਨ 'ਚੋਂ ਮੁੱਕਦੇ ਨੇ। ਦੂਜੇ ਨੰਬਰ ਤੇ ਜਦੋਂ ਅਸੀਂ ਮਾਲਕ ਦੇ ਨਾਲ ਜੁੜਦੇ ਹਾਂ, ਫਿਰ ਮਾਲਕ ਵੀ ਸਾਨੂੰ ਆਪਣੇ ਨਾਲ ਜੋੜ ਲੈਂਦਾ ਹੈ। ਇਹ ਦੋ ਗੱਲਾਂ ਹਨ, ਇੱਕ ਹੈ ਸਾਡਾ ਜੁੜਨਾ, ਇੱਕ ਹੈ ਮਾਲਕ ਦਾ ਸਾਨੂੰ ਆਪਣੇ ਨਾਲ ਜੋੜ ਲੈਣਾ ਤੇ ਸਾਡੀ ਬਾਹ ਫੜ ਲੈਣਾ। ਇਸ ਕਰਕੇ ਸਾਡਾ ਹਮੇਸ਼ਾ ਇਹ ਯਤਨ ਹੋਣਾ ਚਾਹੀਦਾ ਹੈ ਕਿ ਸਾਨੂੰ ਮਾਲਕ ਜੀ ਆਪਣੇ ਦਰ ਤੇ ਕਬੂਲ ਕਰ ਲੈਣ, ਮਾਲਕ ਸਾਡੀ ਬਾਹ ਫੜੇ। ਕਿਉਂਕਿ ਅਸੀਂ ਜੇ ਮਾਲਕ ਦੇ ਨਾਲ ਜੁੜਾਂਗੇ, ਜਿਵੇਂ ਇੱਕ ਬੱਚਾ ਹੈ ਆਪਣੇ ਪਿਤਾ ਦੇ ਨਾਲ ਮੇਲੇ 'ਚ ਜਾਂਦਾ ਹੈ, ਮੇਲੇ 'ਚ ਬੜੀ ਭੀੜ ਹੈ, ਬੱਚੇ ਨੇ ਪਿਤਾ ਦੀ ਉਂਗਲ ਫੜੀ ਹੈ, ਭੀੜ ਬੜੀ ਹੈ, ਬੱਚੇ ਦੇ ਹੱਥ ਕੋਮਲ ਹਨ, ਕਿਤੇ ਵੀ ਧੱਕਾ ਵੱਜੇ ਤੇ ਉਹ ਹੱਥ ਛੁੱਟ ਸਕਦੇ ਹਨ ਪਿਤਾ ਦੇ ਹੱਥ 'ਚੋਂ, ਪਿਤਾ ਦੀ ਉਂਗਲ ਛੁੱਟ ਸਕਦੀ ਹੈ। ਪਰ ਜੇ ਬਾਂਹ ਪਿਤਾ ਨੇ ਬੱਚੇ ਦੀ ਫੜੀ ਹੋਏਗੀ ਨਾ, ਜਿੰਨਾ ਮਰਜੀ ਰਸ਼ ਹੋਵੇ, ਜਿੰਨਾ ਮਰਜੀ ਭੀੜ ਭੜੱਕਾ ਹੋਵੇ, ਪਿਤਾ ਆਪਣੇ ਬੱਚੇ ਦਾ ਹੱਥ ਨਹੀਂ ਛੱਡਦਾ ਹੈ। ਇਸੇ ਤਰ੍ਹਾਂ ਸੰਸਾਰ ਅੰਦਰ ਕਿੰਨੇ ਵਿਕਾਰਾਂ ਦੇ, ਮਾਇਆ ਦੇ, ਦੁੱਖਾਂ ਦੇ ਧੱਕੇ ਹਨ। ਇੱਥੇ ਤੇ ਸਾਡੇ ਪਲ ਪਲ ਡੋਲਣ ਦਾ ਖਤਰਾ ਬਣਿਆ ਰਹਿੰਦਾ ਹੈ, ਪਲ ਪਲ ਭਟਕਣ ਦਾ ਖਤਰਾ ਬਣਿਆ ਰਹਿੰਦਾ ਹੈ। ਗੁਰੂ ਅੱਗੇ ਇਹੀ ਬੇਨਤੀ ਕਰਨੀ ਹੈ, ਮਹਾਰਾਜ ਤੁਸੀਂ ਸਾਡੀ ਬਾਹ ਫੜੋ, ਤੁਸੀਂ ਰਹਿਮਤ ਕਰਕੇ ਸਾਡਾ ਸਹਾਰਾ ਬਣੋ, ਤਾਂ ਕਿ ਕਿਸੇ ਵਿਕਾਰ ਕਰਕੇ ਅਸੀਂ ਭਟਕ ਨਾ ਸਕੀਏ, ਕਿਸੇ ਤਰ੍ਹਾਂ ਦੀ ਮਾਇਆ ਦੇ ਹੱਲੇ ਕਰਕੇ ਅਸੀਂ ਤੁਹਾਡੇ ਤੋਂ ਦੂਰ ਨਾ ਹੋ ਸਕੀਏ। ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਹੈ ਮੇਰੇ ਮਾਲਕ ਜੀ, ਸਾਡਾ ਕਿ ਅਸੀਂ ਹੋ ਸਕਦਾ ਤੁਹਾਨੂੰ ਵਿਸਾਰ ਬਈਏ, ਪਰ ਕਿਰਪਾ ਕਰੋ ਤੁਸੀਂ ਸਾਨੂੰ ਨਾ ਭੁਲਾਵੋ। ਜੇ ਤੁਸੀਂ ਚੇਤੇ ਰੱਖੋਗੇ ਫਿਰ ਕੋਈ ਪਰਵਾਹ ਨਹੀਂ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੈ ਮਨਾ ਤੂੰ ਮਾਲਕ ਦੇ ਨਾਲ ਜੁੜ, ਜਦੋਂ ਤੂੰ ਜੁੜੇਗਾ ਤੇ ਫਿਰ ਮਾਲਕ ਤੈਨੂੰ ਅੰਗੀਕਾਰ ਕਰ ਲਵੇਗਾ, ਆਪਣੇ ਦਰ ਤੇ ਸਵੀਕਾਰ ਕਬੂਲ ਕਰ ਲਵੇਗਾ। ਤੇ ਜਿਸ ਦਿਨ ਮਾਲਕ ਨੇ ਸਾਨੂੰ ਆਪਣੇ ਘਰ ਦਰ ਤੇ ਦਰਬਾਰ ਕਬੂਲ ਕਰ ਲਿਆ, ਉਸ ਦਿਨ ਕਾਰਜ ਸਭ ਸਵਾਰਨਾ, ਸਾਰੇ ਦੇ ਸਾਰੇ ਜ਼ਿੰਦਗੀ ਦੇ ਕਾਰਜ ਸਵਰ ਜਾਣਗੇ। ਜਦੋਂ ਮਾਲਕ ਨੇ ਕਬੂਲ ਕਰ ਲਿਆ, सब कुछ मांग लिया खुदा से, खुदा को मांग कर। जिन्हें मालक तो मालक दे मिलाप की दात ही मांग लई, जिन्हों मालक ने त्रुट के अपनी गलवकड़ी च ही लै लिया, वो ते फिर मालक दा सारा कुछ ओदा बन गया, फिर उन्हों ते वखरा कुछ मंगण दी लोड़ ही नहीं पैंदी है। जिन्हों मालक ने अपना आप ही दे दिता। महाराज कहते कारज सब सवारना, वो मालक तेरे सारे दे सारे कारज सवार देगा, क्योंकि वो कारज सवारन वाला है। महाराज कहते थिर कर बैसो हर जन प्यारे, असी टेक के बैठीए, साडे ही जीवन दे विच भटकना हुंदी है, कदे ऐस दर ते कदे उस दर ते असी भटकदे हां।
ਸਾਡੇ ਅੰਦਰ ਹੀ ਭਰੋਸੇ ਤੇ ਵਿਸ਼ਵਾਸ ਦੀ ਘਾਟ ਹੁੰਦੀ ਹੈ ਕਿ ਸ਼ਾਇਦ ਕਿਸੇ ਦੂਜੀ ਥਾਂ ਤੇ ਜਾਵਾਂਗੇ, ਉੱਥੋਂ ਸੁੱਖ ਜਲਦੀ ਮਿਲ ਜਾਣਗੇ, ਉੱਥੋਂ ਕੋਈ ਬਹੁਤੀਆਂ ਵਡਿਆਈਆਂ ਪ੍ਰਾਪਤ ਹੋਣਗੀਆਂ। ਮਹਾਰਾਜ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰੂ ਆਪੇ ਹੀ ਰਹਿਮਤ ਕਰਕੇ ਤੇਰੇ ਸਾਰੇ ਦੇ ਸਾਰੇ ਕਾਰਜ ਸਵਾਰੇਗਾ। ਇਹਨੂੰ ਮਹਾਰਾਜ ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ RAM। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ। ਸਭੇ ਕਾਜ ਸੁਹੇਲੜੇ ਥੀਏ, ਗੁਰੂ ਨਾਨਕ ਸਤਿਗੁਰ ਟੁੱਟਾ। ਜਦੋਂ ਮਾਲਕ ਤੁਰੁੱਠ ਗਿਆ ਫਿਰ ਸਾਰੇ ਦੇ ਸਾਰੇ ਕਾਰਜ ਰਾਸ ਹਨ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਉਹ ਮਾਲਕ ਸਾਰਾ ਕੁਝ ਕਰਨ ਦੇ ਸਮਰੱਥ ਹੈ। ਦੁਨਿਆਵੀ ਤੌਰ ਤੇ ਕਈ ਵਾਰੀ ਕੀ ਹੁੰਦਾ ਹੈ, ਆਪਣੇ ਦੁਨਿਆਵੀ ਕਾਰਜ ਕਰਵਾਉਣ ਦੇ ਲਈ ਸਾਨੂੰ ਵੱਖ-ਵੱਖ ਲੋਕਾਂ ਦੇ ਕੋਲ ਜਾਣਾ ਪੈਂਦਾ ਹੈ, ਕਿਉਂਕਿ ਕੋਈ ਮਨੁੱਖ ਸਾਰੇ ਕੰਮ ਕਰਨ ਦੇ ਸਮਰੱਥ ਨਹੀਂ ਹੁੰਦਾ ਹੈ। ਅਸੀਂ ਕੱਪੜੇ ਸਿਲਾਣੇ ਹਨ, ਕਿਸੇ ਹੋਰ ਕੋਲ ਜਾਣਾ ਪੈਂਦਾ, ਕੱਪੜੇ ਖਰੀਦਣੇ ਹੋਰ ਜਗ੍ਹਾ ਤੇ, ਜੁੱਤੀ ਖਰੀਦਣੀ ਹੈ, ਜੁੱਤੀ ਗੰਢਾਣੀ ਹੈ, ਹੋਰ ਵੱਖ-ਵੱਖ ਜਗ੍ਹਾ ਵੱਖਰੀਆਂ ਵੱਖਰੀਆਂ ਲੋੜਾਂ ਦੇ ਲਈ ਸਾਨੂੰ ਵੱਖ-ਵੱਖ ਜਗ੍ਹਾ ਤੇ ਜਾਣਾ ਪੈਂਦਾ ਹੈ, ਕਿਉਂਕਿ ਇੱਕ ਜਗ੍ਹਾ ਤੋਂ ਸਾਡੇ ਸਾਰੇ ਕਾਰਜ ਸਵਰ ਨਹੀਂ ਸਕਦੇ ਹਨ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਐਸਾ ਹੈ ਜੋ ਜ਼ਿੰਦਗੀ ਦਾ ਹਰ ਕਾਜ ਸਵਾਰਨ ਵਾਲਾ ਹੈ, ਤੇਰਾ ਅਧਿਆਤਮਕ ਕਾਜ ਸਵਾਰਨ ਵਾਲਾ ਹੈ, ਤੇਰੀ ਸੁਰਤ ਨੂੰ ਪਰਮੇਸ਼ਰ ਤੱਕ ਜੋੜ ਦੇਣ ਵਾਲਾ ਹੈ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਜਿਹੜਾ ਸਾਰਾ ਕੁਝ ਕਰਨ ਦੇ ਸਮਰੱਥ ਹੈ, ਉਹਨੂੰ ਤੂੰ ਕਿਉਂ ਆਪਣੇ ਮਨ ਤੋਂ ਵਿਸਾਰ ਕੇ ਬੈਠਾ ਹੈ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਇਹ ਵੀ ਵੇਖੋ ਬਾਣੀ ਦੀ ਇੱਕ ਖੂਬੀ ਹੈ। ਮਹਾਰਾਜ ਨੇ ਜਿੰਨੇ ਵੀ ਉਪਦੇਸ਼ ਦਿੱਤੇ ਨੇ ਉਹ ਆਪਣੇ ਆਪ ਨੂੰ ਸੰਬੋਧਨ ਕਰਕੇ ਦਿੱਤੇ ਨੇ। ਹਾਲਾਂਕਿ ਗੁਰੂ ਕਾ ਉਪਦੇਸ਼ ਤੇ ਹੈ ਸਭ ਦੇ ਲਈ ਸਾਂਝਾ। ਇੱਕ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਐਸਾ ਸ਼ਬਦ ਨਹੀਂ ਹੈ ਜਿੱਥੇ ਮਹਾਰਾਜ ਨੇ ਗੱਲ ਕੀਤੀ ਹੋਵੇ ਮਨ ਦੀ ਤੇ ਇਹ ਕਿਹਾ ਹੋਵੇ ਕਿ ਤੇਰੇ ਮਨ ਦੀ ਗੱਲ ਕੀਤੀ ਹੋਵੇ, ਤੇਰਾ ਕਹਿ ਕੇ ਸੰਬੋਧਨ ਕੀਤਾ ਹੋਵੇ ਜਾਂ ਤੂੰ ਕਹਿ ਕੇ ਸੰਬੋਧਨ ਕੀਤਾ ਹੋਵੇ। ਜਦੋਂ ਵੀ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਹਾਂ ਪਰਮੇਸ਼ਰ ਨੂੰ ਸੰਬੋਧਨ ਕਰਦਿਆਂ ਬਹੁਤ ਵਾਰ ਬਾਣੀ ਦੇ ਵਿੱਚ ਤੂੰ ਆਇਆ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜੀਓ। ਪਰ ਜਦੋਂ ਕੋਈ ਉਪਦੇਸ਼ ਦਿੱਤਾ ਹੈ ਸਿੱਧੇ ਤੌਰ ਤੇ, ਉਦੋਂ ਤੂੰ ਕਹਿ ਕੇ ਤੇਰਾ ਕਹਿ ਕੇ ਗੱਲ ਨਹੀਂ ਗੁਰੂ ਕਰਦੇ। ਜਿੱਥੇ ਵੀ ਗੱਲ ਕੀਤੀ ਹੈ ਮੇਰਾ ਕਹਿ ਕੇ ਗੱਲ ਕੀਤੀ ਹੈ। ਮਨ ਨੂੰ ਜਿੱਥੇ ਵੀ ਗੁਰੂ ਨੇ ਸੰਬੋਧਨ ਕਰਕੇ ਕੋਈ ਉਪਦੇਸ਼ ਦਿੱਤਾ ਹੈ, ਕਿਤੇ ਤੇਰੇ ਮਨ ਦੀ ਗੱਲ ਨਹੀਂ ਕੀਤੀ ਗਈ, ਹਰ ਜਗ੍ਹਾ ਤੇ ਮੇਰੇ ਮਨ ਦੀ ਗੱਲ ਕੀਤੀ ਗਈ ਹੈ। ਭਾਵ ਆਪਣੇ ਆਪ ਨੂੰ ਸੰਬੋਧਨ ਕਰਕੇ ਗੁਰੂ ਉਪਦੇਸ਼। ਕਿਤੇ ਸਾਨੂੰ ਇਹ ਨਹੀਂ ਕਿਹਾ ਕਿ ਬੰਦਿਆ ਤੇਰਾ ਮਨ ਭਟਕਦਾ ਹੈ, ਕਿਤੇ ਨਹੀਂ ਕਿਹਾ ਬੰਦਿਆ ਤੇਰਾ ਮਨ ਵਿਕਾਰੀ ਹੈ। ਗੁਰੂ ਪਹਿਲਾਂ ਸਾਨੂੰ ਪਿਆਰ ਦੇ ਨਾਲ ਆਪਣੇ ਕਲਾਵੇ 'ਚ ਲਿਆਉਂਦੇ ਨੇ, ਆਪਣੀ ਗੋਦ 'ਚ, ਆਪਣੀ ਗਲਵੱਕੜੀ 'ਚ ਲਿਆਉਂਦੇ ਹਨ, ਫਿਰ ਗੱਲਾਂ ਆਪਣੇ ਆਪ ਤੇ ਟੁਕਾ ਕੇ ਕਰਦੇ ਹਨ, ਆਪਣੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਪਰ ਹੈਨ ਸਾਰੇ ਦੇ ਸਾਰੇ ਉਪਦੇਸ਼ ਇਹ ਸਾਡੇ ਲਈ ਮਹਾਰਾਜ ਕਹਿੰਦੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾ। ਅਸੀਂ ਵੀ ਆਪਣੇ ਆਪ ਨੂੰ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆ ਕਹੀਏ ਕਿ ਹੇ ਮੇਰੇ ਮਨਾ ਸਦਾ ਰਹੋ ਹਰ ਨਾਲੇ। ਹੇ ਮਨਾ ਹਮੇਸ਼ਾ ਪਰਮੇਸ਼ਰ ਦੇ ਨਾਲ ਜੁੜ ਕੇ ਰਹਿ। ਜੇ ਪਰਮੇਸ਼ਰ ਦੇ ਨਾਲ ਜੁੜੇਗਾ ਤੇ ਤੇਰੀ ਜ਼ਿੰਦਗੀ ਦੇ ਕਾਰਜ ਸਵਰਨਗੇ, ਤੇਰੇ ਦੁੱਖ ਖਤਮ ਹੋਣਗੇ ਤੇ ਅੰਦਰ ਆਨੰਦ ਅਵਸਥਾ ਬਣੇਗੀ, ਪਰਮ ਪਦ ਵਾਲੀ ਅਵਸਥਾ ਬਣੇਗੀ, ਸਹਿਜ ਵਾਲੀ ਅਵਸਥਾ ਬਣੇਗੀ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਇਹ ਮਨ ਪਰਮੇਸ਼ਰ ਦੇ ਨਾਲ ਜੁੜੇ। ਤੇ ਜੁੜਨ ਦੇ ਲਈ ਕੋਈ ਬਾਹਰ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਪਰਮੇਸ਼ਰ ਕਿੱਥੇ ਹੈ। ਇਹ ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਉਹ ਮਾਲਕ ਸਾਡੇ ਅੰਦਰ ਹੀ ਵਸ ਰਿਹਾ ਹੈ, ਬਸ ਉਹਨੂੰ ਅੰਦਰੋਂ ਹੀ ਸਮਝਣਾ ਹੈ ਤੇ ਸਮਝਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਸਦਕਾ, ਗੁਰੂ ਦੇ ਗਿਆਨ ਉਪਦੇਸ਼ ਸਦਕਾ।
ਸਤਿਗੁਰੂ ਮੇਰ ਕਰਨ, ਗੁਰੂ ਕਾ ਗਿਆਨ ਉਪਦੇਸ਼ ਸਾਡੇ ਸਭ ਦੇ ਹਿਰਦਿਆਂ 'ਚ ਵਸੇ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।